अस्सी का पुत्र ये सन 888 1300-1400 साल हो गया है। ये निरंग जेल के वेले चगत्या के वेले गुरु नानक होए है तो जिन्हें सिर लाती उन्हें हाथ च साडा ही है। अस्सलाम वालेकुम नाज़रीन, आप देख रहे हैं 44 टीवी में आपका मेज़बान सरदार जवेदा शेर। बाबा राम थम्मन है, ये बाबा गुरु नानक के खालाजाद कज़न भी थे। तो यहाँ पर अगर बात की जाए तो बाबा गुरु नानक थे, वो यहाँ पर आया करते थे, उनके पास आके वक्त गुजारा करते थे। इस हवाले से ये जगह बहुत ज़्यादा मशहूर है और सालाना यहाँ पर मेला भी हुआ करता था। किया है बाबा जी राम थम्मन की कहानी मुकम्मल वो जानते हैं। अस्सलाम वालेकुम। वालेकुम सलाम। बाबा जी की नाम है? मेरा नाम गुलाम हुसैन है जी। बाबा जी किन्नी देर तो इतने बाद है? मैं जनाब कोई 80 सालों का 80 सालों के इतने है तो तुसी इनकी तरीक बारे आपके वड्डियां कोल कुछ सुनिया? जी कोई तरीक का नहीं पता, जेडे कोई मजहब दा उन्होंने साडा वो कोई हिंदुओं के साडी मासी का पुत्र ये सन 888 1300-1400 साल हो गया है। ये निरंग जेल के वेले चगत्या के वेले गुरु नानक होए है तो जिन्हें सिर लाती उन्हें हाथ च साडा ही है। इनू राम थम्मन आख लो, थम्मन मोहम्मद आख लो, थम्मन अली आख लो, थम्मन हुसैन आख लो। मुसलमान ना है, ਇਹਦਾ नाम है पिंड का राम थम्मन। ਤੇ ਜਿਹੜੇ ਸਿੱਖ ਨੇ ਉਹ ਕਹਿੰਦੇ ਨੇ ਕਿ ਬਾਬਾ ਸਾਡਾ ਹੈ ਤੇ ਜਿਹੜੇ ਮੁਸਲਮ ਨੇ ਉਹ ਕਹਿੰਦੇ ਨੇ ਕਿ ਸਾਡਾ ਹੈ, ਜਿਹੜਾ ਆਂਦਾ ਉਹ ਕਹਿੰਦਾ ਕਿ ਸਾਡਾ ਹੈ। ਇਹ ਜੀ ਇੱਥੇ ਦਰਬਾਰ ਬਾਬੇ ਰਾਮ ਦੇ ਇੱਥੇ ਮੁਸਲਮਾਨ ਵੀ ਆਉਂਦੇ, ਸਿੱਖ ਵੀ ਆਉਂਦੇ, ਈਸਾਈ ਵੀ ਆਉਂਦੇ। ਅਸੀਂ ਤਾਂ ਹਰ ਮਜ਼ਹਬ ਦੇ ਲੋਕ ਇੱਥੇ ਆਉਂਦੇ ਨੇ, ਇੱਥੇ ਹਰ ਇੱਕ ਮਜ਼ਹਬ ਦੇ ਲੋਕ ਵੇਖਣ ਆਉਂਦੇ ਆ। ਵੇਖਣ ਆਉਂਦੇ ਤੇ ਤੁਸੀਂ 80 ਸਾਲਾਂ 'ਚ ਇਹ ਜਿਹੜਾ ਤਲਾਬ ਹੈਗਾ ਇਹਦੇ ਵਿੱਚ ਕੀ ਕੀਤਾ ਬਿਲਕੁਲ ਸੁੱਕਾ ਪਾਣੀ ਦਾ ਭਰਿਆ ਹੁੰਦਾ, ਨਹਿਰਾਂ ਦਾ ਪਾਣੀ ਪੈਂਦਾ ਸੀ ਵਿੱਚ ਉਸ ਦੌਰ 'ਚ। ਉਸ ਦੌਰ ਦੇ ਵਿੱਚ ਚੇਤਰ 14 ਤੋਂ ਮੱਸਿਆ ਲੱਗਦੀ ਸੀ, ਸਾਰਾ ਵਿਸਾਖ ਦਾ ਮਹੀਨਾ ਹੀ ਮੇਲਾ ਰਹਿੰਦਾ ਸੀ। ਪੂਰੀ ਵਿਸਾਖੀ ਦੇ ਇੱਥੇ ਮੇਲਾ ਹੁੰਦਾ ਸੀ, ਪੂਰੀ ਵਿਸਾਖੀ ਮੇਲਾ ਹੁੰਦਾ ਸੀਗਾ। ਹੁਣ ਲੋਕਾਂ ਨੇ ਵਿੱਚ ਗਟਰ ਬਣਾ ਦਿੱਤੇ ਹੈ, ਗੰਦਾ ਪਾਣੀ ਗੰਦਾ ਪਾਣੀ ਪਾਤਾ। ਮੈਂ ਇੱਕ ਇਕੱਲਾ ਕੀ ਕਰ ਸਕਦਾ, ਇਹਨੇ ਤਾਂ ਬੰਦੇ ਨੂੰ ਮਾਰ ਦੇਣ ਦੇ ਸ਼ਹਾਦਤਾਂ ਹੀ ਲੱਗਣ ਦਿੰਦੇ। ਅੱਛਾ, ਤੁਸੀਂ 80 ਸਾਲ ਤੋਂ ਇੱਥੇ ਮੌਜੂਦ ਹੈਗੇ ਜੇ, ਇੱਥੇ ਖਿਦਮਤ ਕਰਦੇ ਪਿਓ ਬਾਬਾ ਜੀ ਦੀ, ਤੇ ਇੰਨੀ ਪੁਰਾਣੀ ਬਿਲਡਿੰਗ ਹੈਗੀ, ਤੁਹਾਨੂੰ ਡਰ ਨਹੀਂ ਆਉਂਦਾ ਕਿ ਕਿਤੇ ਡਿੱਗ? ਵੇਖੋ ਜੀ, ਮੈਂ ਇਹਨੂੰ ਹੱਥ ਉੱਥ ਮਾਰੀ ਰੱਖਦਾ। ਮੁਰੰਮਤੀ ਵਿੱਚ ਚਲੋ ਯਾਦਗਾਰ, ਚਾਹੇ ਹਿੰਦੂ ਹੈ, ਚਾਹੇ ਮੁਸਲਮਾਨ ਹੈ, ਚਾਹੇ ਗਿਰਜਾ ਹੈ, ਚਾਹੇ ਮਸਜਿਦ ਹੈ, ਚਾਹੇ ਗੁਰਦੁਆਰਾ ਹੈ, ਚਾਹੇ ਮੰਦਿਰ ਹੈ, ਅਸੀਂ ਤਾਂ ਇਤਰਾਮ ਹੀ ਕਰਨਾ ਹੈ। ਇਤਰਾਮ ਕਰਨਾ। ਅੱਛਾ, ਹੁਣ ਵੀ ਬਾਹਰ ਦੇ ਮੁਲਕਾਂ 'ਚੋਂ ਕੋਈ ਲੋਕ ਆਉਂਦੇ ਨੇ? ਨਹੀਂ, ਕੋਈ ਬਾਹਰ ਦੇ ਮੁਲਕਾਂ 'ਚ ਨਹੀਂ ਆਉਂਦਾ। ਹੁਣ ਕੋਈ ਨਹੀਂ ਆਉਂਦਾ? ਅੱਜ ਨਨਕਾਣੇ ਮੇਲਾ ਕੋਈ ਇੱਕ ਅੱਧਾ ਹਿੰਦੂ ਆ ਜਾਂਦਾ, ਉਹ ਵੀ ਵੇਖਣ ਆ ਜਾਂਦਾ ਹੈ। ਅੱਛਾ, ਕਦੋਂ ਨਨਕਾਣੇ ਦਾ ਮੇਲਾ ਹੁੰਦਾ ਉਦੋਂ ਕੋਈ ਚੰਦ ਲੋਕ ਆ ਜਾਂਦੇ ਨੇ? ਉਦੋਂ ਇੱਕ ਅੱਧਾ ਹੀ ਆਉਂਦਾ, ਆਮ ਇੱਕ ਅੱਧਾ ਆਉਂਦਾ ਹੈ। ਹਾਂ, ਇੱਕ ਅੱਧਾ ਹੀ ਬਸ। ਉਹ ਵੀ ਕਦੀ ਆਇਆ ਤੇ ਕਦੀ ਨਾ ਆਇਆ, ਕਦੇ ਨਾ। ਕੋਈ ਵੀ ਨਹੀਂ ਆਇਆ। ਜਦੋਂ ਇੱਥੇ ਆਉਂਦੇ ਨੇ ਤੁਹਾਨੂੰ ਕੋਈ ਤੁਹਾਡੇ ਨਾਲ ਤਾਵਨ ਕਰਦੇ? ਕੋਈ ਤਾਵਨ ਨਹੀਂ, ਕੋਈ ਤਾਵਨ ਨਹੀਂ। ਨਾ, ਐਵੇਂ ਝੂਠ ਨਹੀਂ ਮਾਰਨਾ। ਆਪਣੀ ਕਮਾਣੀ ਆਪਦੇ ਦਿਹਾੜੀਆਂ ਕਰਦੇ ਤੇ ਖਾਈਦਾ। ਮੈਂ ਢਾਉਣ ਨਹੀਂ ਕਿਸੇ ਨੂੰ ਦਿੰਦਾ। ਅੱਛਾ, ਕਿਸੇ ਨੂੰ ਢਾਵਨ ਨਹੀਂ? ਤਾਂ ਢਾਉਣ ਵਾਲੀ ਤੇ ਬੰਦੂਕਾਂ ਤੇ ਰਫਲਾਂ ਵੀ ਚੱਲੀਆਂ ਵੀ ਇਹਨੂੰ ਢਾ ਦੇਣਾ। ਜਦੋਂ ਬਾਬਰੀ ਮਸੀਤ ਢੱਠੀ ਹੈ ਅਸੀਂ ਇਹਨੂੰ ਢਾਵਨ ਲੱਗੇ ਸੀ ਤੇ ਮੈਂ ਆਖਿਆ ਮੈਂ ਨਹੀਂ ਢਾਉਣ ਦੇਣਾ, ਭਾਵੇਂ ਮਸਜਿਦ ਗੁਰਦੁਆਰਾ ਹੈ, ਕੋਈ ਵੀ ਯਾਦਗਾਰ ਹੈਗੀ ਹੈ ਨਾ। ਬਿਲਕੁਲ ਜੀ। ਤੇ ਅੱਲਾ ਨੇ ਖੈਰ ਕੀਤੀ ਰੱਖੀ, ਅਜੇ ਤਾਂ ਬਚਿਆ, ਕੱਲ ਨੂੰ ਮਰ ਜੀ, ਭਾਵੇਂ ਕੋ ਪੱਟ ਲਵੇ। ਅੱਛਾ, ਇੱਥੇ ਮੈਨੂੰ ਪਤਾ ਲੱਗਾ ਕਿ ਕੁਝ ਦੇਰ ਪਹਿਲਾਂ ਲੋਕਾਂ ਨੇ ਇਹਨੂੰ ਪੱਟਣ ਦੀ ਕੋਸ਼ਿਸ਼ ਕੀਤੀ, ਉਹ ਕਹਿੰਦੇ ਨੇ ਖਜ਼ਾਨਾ ਹੈਗਾ। ਇੱਥੇ ਲੋਕਾਂ ਨੇ ਬੜੀ 3 ਵਾਰ ਹਮਲਾ ਹੋਇਆ ਹੈ, ਸਾਡੇ ਮਗਰ ਬਜ਼ੁਰਗਾਂ ਲੋਕਾਂ ਮਾਰੀਆਂ, ਕੋਈ ਇੱਕ ਬੰਦਾ ਨਹੀਂ ਸੀਗਾ। ਇਹ ਸਾਰੇ ਗੁੰਡੇ ਜੁੜੇ ਹੋਏ ਸੀਗੇ ਆ ਲਾਗੇ ਪਿੰਡਾਂ ਦੇ ਵਿੱਚ। ਪਿੰਡ ਦਾ ਬੰਦਿਆਂ ਦਾ ਤਾਵਨ ਸੀ, ਮਗਰ ਫਿਰ ਅਸੀਂ ਮੌਲਾ ਨੇ ਹਿੰਮਤ ਨਹੀਂ ਆ ਰਹੀ, ਹਿੰਮਤ ਨਹੀਂ ਅਸੀਂ ਆਣੀ ਮਾਰੀ ਜਾਣਾ ਨਾ। ਅੱਛਾ ਜੀ। ਤੇ ਬਾਬਾ ਜੀ, ਜਦੋਂ ਆ ਤਲਾਬ ਸੀ ਤੇ ਇਹਦੇ ਵਿੱਚ ਕੀ ਕੀਤਾ ਜਾਂਦਾ? ਤੁਹਾਡੇ ਵੱਡਿਆਂ ਨੂੰ ਦੱਸਿਆ ਇਹਦੇ ਵਿੱਚ ਜੀ ਨਹਾਉਂਦੇ ਸੀ ਲੋਕ, ਜਿਹਨੇ ਨਹਾਉਣਾ ਹੈ ਨਾ। ਅੱਛਾ ਜੀ। ਪਰਨਾ ਤੇਲ ਉਹਨੇ ਸਾਫਾ ਬਾਹਰ ਨਿਚੋੜਨਾ ਸਾਡੇ ਵਕਤ। ਅੱਛਾ ਅੱਛਾ। ਯਾਨੀ ਕਿ ਇੱਥੇ ਲੋਕ ਪਾਣੀ ਪੀ ਤੁਹਾਡੇ ਵਕਤ 'ਚ ਵੀ ਲੋਕ ਇੱਥੇ ਨਹਾਉਂਦੇ ਰਹੇ? ਮੇਰੇ ਵਕਤ 'ਚ ਵੀ ਨਹਾਉਂਦੇ ਰਹੇ। ਅੱਛਾ, ਜਿਹੜੇ ਲੋਕ ਨਹਾਉਂਦੇ ਸੀ ਉਹ ਮੁਸਲਮ ਸੀ ਜਾਂ ਸਿੱਖ ਵਗੈਰਾ ਸੀ? ਸਿੱਖ ਚੇਤਰ 14 ਤੋਂ ਸਾਰੇ ਵਿੱਚ ਵੜੇ, ਫਿਰ ਕੋਈ ਪਤਾ ਨਹੀਂ ਮੁਸਲਮਾਨ ਕਿਹੜਾ ਦਾ ਸਾਈ। ਅੱਛਾ, ਸਾਰੇ ਵੜ ਜਾਂਦੇ ਸੀ? पानी नहाते थे सारे। अच्छा, पानी से नहाते थे। जी नादरीन, आपने देखा यहाँ राम थम्मन में मौजूद हैं और यहाँ पर बाबा जी हमारे पास मौजूद थे, यहाँ पर गद्दी नशीन है, यहाँ खिदमत करते हैं। उनका कहना है कि पहले यानी कि जब ये पाकिस्तान और हिंदुस्तान एक साथ थे तो उस वक्त यहाँ पर एक बहुत बड़ा मेला लगा करता था, जो यानी कि पूरा 1 माह यहाँ पर उसाखी का मेला लगता था।
तो वहाँ पर सिख भी आते थे और गैर ममालिक से यानी कि मुख्तलिफ मज़हब के लोग आते थे यहाँ पर आके यानी कि मेले में विज़िट किया करते थे। कहना है कि जब हिंदुस्तान में बाबरी मस्जिद को शहीद किया गया तो यहाँ पर कुछ लोगों ने इस मंदिर को बोल लें या दरबार बोल लें, ये इस यादगार को यानी कि मिटाने की कोशिश की गई, इसको गिराने की कोशिश की गई। मगर बाबा जी का कहना है कि मैंने हिम्मत नहीं हारी, मैंने कहा कि ये इबादत गाह है, वह गिरजा है, मस्जिद है, चर्च है या मंदिर है या गुरुद्वारा जो भी है तो इबादत गाह, मगर इसको जब तक मैं ज़िंदा हूँ मैं इसे गिराने नहीं दूँगा। उस जी मेरे पास यहाँ के इलाकाई लोग भी मौजूद हैं, उनसे बात करते हैं कि इस जो गांव राम थम्मन है इसकी आबादी कितनी है और यहाँ पर जो लोग बाद हैं वो किस किस मज़हब के लोग हैं जो यहाँ पर। अस्सलाम वालेकुम। जी वालेकुम सलाम। आप ये बताइएगा इस गांव की कितनी आबादी है आपके ख्याल में? तकरीबन 8 से 10 हज़ार है, 6,000 इसके वोट है। अच्छा, तो आप ये भी बताइएगा यहाँ पर देखा बहुत ज़्यादा पुरानी इमारतें मौजूद हैं, कितने फ़ीसद इमारतें हैं जो पुरानी इमारतें? ये कसूर का तरीका है, ये कसूर से 22 किलोमीटर के फासले पर है, राम थम्मन है। यहाँ जो बिल्डिंग देखी जाए ज़्यादा का तार खंडर है, तकरीबन 50% जो अभी भी हैं वो लोग पुरानी बिल्डिंगों में बैठे हैं। जी इलाकाई लोगों का कहना है कि यहाँ पर ज़्यादातर जो यानी कि इमारतें हैं वो खंडर है। अभी तक भी अगर बात की जाए तो बहुत ज़्यादा लोग यानी कि पुरानी इमारतों में अपनी यानी कि रहाइश रखे हुए हैं। तो इसी के साथ अपने मेज़बान सरदार जुवेदा शडोगर को दीजिए इजाज़त। अल्लाह निगहबान।